सत श्री अकाल। इस समय जो मैं ਤੁਹਾਨੂੰ ਜਾਣਕਾਰੀ ਦੱਸਣ ਜਾ ਰਹੀ ਹਾਂ ਉਹ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਤਾਜ਼ਾ ਹੀ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਖਾਸ ਤੌਰ ਤੇ ਉੱਤੇ ਇਹ ਖਬਰ ਉਹਨਾਂ ਦੇ ਵਾਸਤੇ ਹੈ ਜਿਨ੍ਹਾਂ ਦੀਆਂ ਫੈਮਿਲੀ ਕਲਾਸ ਦੇ ਵਿੱਚ ਪੀਆਰ ਦੇ ਵਾਸਤੇ ਫਾਈਲਾਂ ਲੱਗੀਆਂ ਹੋਈਆਂ ਨੇ, ਜਿਹੜੇ ਕਿ ਕੈਨੇਡਾ ਦੇ ਵਿੱਚ ਉਹਨਾਂ ਦਾ ਪਰਿਵਾਰਕ ਮੈਂਬਰ ਮੌਜੂਦ ਹੈ ਪਰ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਬੈਠੇ ਨੇ ਤੇ ਆਪਣੀਆਂ ਫਾਈਲਾਂ ਦੀ ਪ੍ਰਕਿਰਿਆ ਦੇ ਵਾਸਤੇ ਇਸ ਸਮੇਂ ਉਹ ਉਡੀਕ ਕਰ ਰਹੇ ਨੇ। ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕੁਝ ਅਜਿਹਾ ਐਲਾਨ ਪਹਿਲਾਂ ਵੀ ਕੀਤਾ ਗਿਆ ਸੀ ਕਿ ਜੋ ਸਪਾਊਸਲ ਸਪਾਂਸਰਸ਼ਿਪ ਦੀਆਂ ਫਾਈਲਾਂ ਨੇ ਉਹਨਾਂ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਵਾਸਤੇ ਹੋਰ ਜ਼ਿਆਦਾ ਸਟਾਫ ਉਹਨਾਂ ਦੇ ਵੱਲੋਂ ਰੱਖਿਆ ਗਿਆ ਹੈ ਤੇ ਉਸ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਤੇ ਉਸ ਤੋਂ ਬਾਅਦ ਅੱਜ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਨੋਵਾ ਸਕੋਸ਼ੀਆ ਦੇ ਵਿੱਚ ਸਿਡਨੀ ਦੇ ਅੰਦਰ ਉਹਨਾਂ ਨੇ ਆਪਣੇ ਦਫ਼ਤਰ ਨੂੰ ਹੋਰ ਵੱਡਾ ਕੀਤਾ ਹੈ, ਜਿੱਥੇ ਕਿ ਨਵੇਂ 62 ਕਾਮੇ ਰੱਖੇ ਗਏ ਨੇ ਤਾਂ ਕਿ ਜੋ ਫੈਮਿਲੀ ਕਲਾਸ ਦੇ ਵਿੱਚ ਫਾਈਲਾਂ ਲੱਗੀਆਂ ਹੋਈਆਂ ਨੇ ਪੀਆਰ ਦੇ ਵਾਸਤੇ ਉਸ ਦੇ ਲਈ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਸਕੇ ਤੇ ਸਮੇਂ ਸਿਰ ਜੋ ਪੀਆਰ ਦੀ ਪ੍ਰਕਿਰਿਆ ਉਹ ਪੂਰੀ ਹੋ ਸਕੇ। ਉਸ ਸਮੇਂ ਸੀਮਾ ਦੇ ਅੰਦਰ ਜੋ ਕਿ ਮਿਥਿਆ ਜਾਂਦਾ ਹੈ ਪੀਆਰ ਦੇ ਵਾਸਤੇ ਫੈਮਿਲੀ ਕਲਾਸ ਦੇ ਵਿੱਚ, ਇਸ ਦੇ ਨਾਲ ਹੀ ਜੋ ਸਪਾਊਸਲ ਸਪਾਂਸਰਸ਼ਿਪ ਹੈ ਯਾਨੀ ਕਿ ਪਤੀ ਜਾਂ ਪਤਨੀ ਦੀ ਪੀਆਰ ਦੇ ਵਾਸਤੇ ਜੋ ਫਾਈਲਾਂ ਲੱਗੀਆਂ ਹੋਈਆਂ ਨੇ ਉਸ ਦੀ ਪ੍ਰਕਿਰਿਆ ਵੀ ਸਮੇਂ ਸਿਰ ਪੂਰੀ ਹੋ ਜਾਵੇ, ਇਸ ਦਾ ਵੀ ਜ਼ਿਕਰ ਕੀਤਾ ਗਿਆ ਹੈ। ਤੇ ਇਸੇ ਕੋਸ਼ਿਸ਼ ਦੇ ਤਹਿਤ ਇਸ ਦਫ਼ਤਰ ਨੂੰ ਵੱਡਾ ਕੀਤਾ ਗਿਆ ਹੈ, ਜਿੱਥੇ ਕਿ ਫਾਈਲਾਂ ਦੀ ਪ੍ਰੋਸੈਸਿੰਗ ਹੁੰਦੀ ਹੈ ਉਸ ਦਫ਼ਤਰ ਨੂੰ ਹੋਰ ਜ਼ਿਆਦਾ ਵੱਡਾ ਕੀਤਾ ਗਿਆ ਹੈ। ਇਸ ਦੇ ਬਾਰੇ ਜੋ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤਾਂ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡਚੀਨੋ ਦੇ ਵੱਲੋਂ ਇਸ ਦੇ ਉੱਤੇ ਬਿਆਨ ਵੀ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਇਮੀਗ੍ਰੇਸ਼ਨ ਵਿਭਾਗ ਨੇ ਦੱਸਿਆ ਕਿ ਕੋਵਿਡ-19 ਦੇ ਕਰਕੇ ਜਿਵੇਂ ਕਿ ਹਦਾਇਤਾਂ ਲੱਗੀਆਂ ਹੋਈਆਂ ਸਨ ਤਾਂ ਜੋ ਸਿਡਨੀ ਦੇ ਵਿੱਚ ਇਮੀਗ੍ਰੇਸ਼ਨ ਵਿਭਾਗ ਦਾ ਦਫ਼ਤਰ ਹੈ ਜਿੱਥੇ ਕਿ ਫਾਈਲਾਂ ਦੀ ਪ੍ਰਕਿਰਿਆ ਚੱਲਦੀ ਹੈ, ਉੱਥੇ 30% ਤੱਕ ਹੀ ਜੋ ਸਟਾਫ ਹੈ ਉਹ ਆ ਪਾਉਂਦਾ ਸੀ, ਕਿਉਂਕਿ ਕੋਵਿਡ-19 ਦੇ ਕਰਕੇ ਇੱਕ ਦੂਜੇ ਤੋਂ ਵਿੱਥ ਬਣਾ ਕੇ ਰੱਖਣ ਦੀ ਜੋ ਹਦਾਇਤ ਹੈ ਉਸ ਮੁਤਾਬਕ ਜੋ ਸਟਾਫ ਦੀ ਗਿਣਤੀ ਹੈ ਉਹ ਘੱਟ ਹੀ ਹੋ ਪਾਉਂਦੀ ਸੀ, ਜਿਸ ਕਰਕੇ ਕੰਮ ਦੇ ਉੱਤੇ ਵੀ ਪ੍ਰਭਾਵ ਪੈਂਦਾ ਸੀ। ਤੇ ਇਹ ਗੱਲ ਸਿਰਫ ਉਸੇ ਦਫ਼ਤਰ ਦੇ ਉੱਤੇ ਲਾਗੂ ਨਹੀਂ ਹੁੰਦੀ, ਸਗੋਂ ਇਮੀਗ੍ਰੇਸ਼ਨ ਵਿਭਾਗ ਦੇ ਹੋਰ ਜਿੰਨੇ ਵੀ ਦਫ਼ਤਰ ਨੇ ਤੇ ਸਰਕਾਰੀ ਹੋਰ ਜਿੰਨੇ ਵੀ ਅਦਾਰੇ ਨੇ ਖਾਸ ਤੌਰ ਦੇ ਉੱਤੇ ਉਹਨਾਂ ਦੇ ਵਿੱਚ ਜੋ ਸਟਾਫ ਦੀ ਗਿਣਤੀ ਹੈ ਉਹ ਇਸ ਕਰਕੇ ਘੱਟ ਕੀਤੀ ਗਈ ਤਾਂ ਕਿ ਉਹ ਇੱਕ ਦੂਜੇ ਤੋਂ ਵਿੱਥ ਬਣਾ ਕੇ ਕੰਮ ਕਰ ਸਕਣ ਕੋਵਿਡ-19 ਦੀਆਂ ਹਦਾਇਤਾਂ ਦੇ ਕਰਕੇ, ਜਿਸ ਕਰਕੇ ਕਾਫੀ ਗਿਣਤੀ ਦੇ ਵਿੱਚ ਜੋ ਕਾਮੇ ਨੇ ਆਪਣੇ ਘਰਾਂ ਤੋਂ ਵੀ ਕੰਮ ਕਰ ਰਹੇ ਨੇ ਪਰ ਕਈਆਂ ਦੇ ਘਰਾਂ ਦੇ ਵਿੱਚ ਚੰਗੀ ਸਹੂਲਤ ਨਾ ਹੋਣ ਕਰਕੇ ਉਹ ਘਰੋਂ ਵੀ ਕੰਮ ਨਹੀਂ ਕਰ ਪਾ ਰਹੇ, ਜਿਸ ਕਰਕੇ ਜੋ ਇਸ ਕੰਮ ਦੇ ਉੱਤੇ ਕਾਫੀ ਪ੍ਰਭਾਵ ਪਿਆ ਤੇ ਇਮੀਗ੍ਰੇਸ਼ਨ ਦਾ ਜਿਹੜਾ ਕੰਮ ਹੈ ਇਸ ਸਮੇਂ ਕਾਫੀ ਹੌਲੀ ਚੱਲ ਰਿਹਾ ਹੈ। ਤੇ ਇਸੇ ਨੂੰ ਲੈ ਕੇ ਜੋ ਇਮੀਗ੍ਰੇਸ਼ਨ ਵਿਭਾਗ ਨੇ ਤਾਜ਼ਾ ਜਾਣਕਾਰੀ ਦਿੱਤੀ ਹੈ ਉਸ ਦੇ ਵਿੱਚ ਜੋ ਦਫ਼ਤਰ ਨੂੰ ਅੱਗੇ ਹੋਰ ਲੀਜ਼ ਤੇ ਲੈ ਕੇ ਹੋਰ ਥਾਂ ਨੂੰ ਤੇ ਵੱਡਾ ਕੀਤਾ ਗਿਆ ਤਾਂ ਨਾਲ ਹੀ 62 ਵਿਅਕਤੀਆਂ ਨੂੰ ਉੱਥੇ ਨੌਕਰੀ ਤੇ ਵੀ ਰੱਖਿਆ ਗਿਆ, ਜਿਸ ਦੇ ਨਾਲ ਜਦੋਂ ਕੋਵਿਡ-19 ਦੇ ਦੌਰਾਨ ਹਾਲਾਤ ਅਜਿਹੇ ਬਣੇ ਨੇ ਕਿ ਲੋਕਾਂ ਦਾ ਕੰਮ ਜਾ ਰਿਹਾ ਹੈ ਤਾਂ ਉਸ ਮੌਕੇ ਹੋਰ ਜ਼ਿਆਦਾ ਵਿਅਕਤੀਆਂ ਨੂੰ ਕੰਮ ਦੇ ਉੱਤੇ ਰੱਖਣ ਦਾ ਮੌਕਾ ਵੀ ਦਿੱਤਾ ਗਿਆ ਹੈ। ਤੇ ਇਸ ਦੌਰਾਨ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡਚੀਨੋ ਦੇ ਵੱਲੋਂ ਜਦੋਂ ਬਿਆਨ ਦਿੱਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਜੋ ਸਪਾਊਸਲ ਐਪਲੀਕੇਸ਼ਨਸ ਹੁੰਦੀਆਂ ਨੇ ਯਾਨੀ ਕਿ ਪਤੀ ਜਾਂ ਪਤਨੀ ਦੀ ਪੀਆਰ ਦੇ ਵਾਸਤੇ ਜੋ ਅਰਜ਼ੀਆਂ ਲੱਗੀਆਂ ਹੁੰਦੀਆਂ ਨੇ ਉਹ 1 ਸਾਲ ਦੇ ਸਮੇਂ ਦੇ ਵਿੱਚ ਉਹਨਾਂ ਦੇ ਪੂਰੇ ਹੋਣ ਦੀ ਜੋ ਸੀਮਾ ਹੈ ਉਹ ਰੱਖੀ ਗਈ ਹੁੰਦੀ ਹੈ, ਪਰ ਫਿਰ ਵੀ ਉਹ ਸਮਾਂ ਉੱਪਰ ਵੀ ਟੱਪ ਜਾਂਦਾ ਹੈ ਕਿਉਂਕਿ ਜੋ ਪ੍ਰਕਿਰਿਆ ਹੈ ਉਹ ਹੌਲੀ ਚੱਲਦੀ ਹੈ ਤੇ ਉਸ ਦੇ ਵਿੱਚ ਜੋ ਇਸ ਸਮੇਂ ਖਾਸ ਤੌਰ ਦੇ ਉੱਤੇ ਕੋਵਿਡ-19 ਦੇ ਕਰਕੇ ਜੋ ਹਦਾਇਤਾਂ ਨੇ ਤੇ ਦਫ਼ਤਰਾਂ ਦੇ ਵਿੱਚ ਮਾਹੌਲ ਹੈ ਉਸ ਕਰਕੇ ਉਹ ਪ੍ਰਕਿਰਿਆ ਹੋਰ ਵੀ ਹੌਲੀ ਹੋਈ ਪਈ ਹੈ ਤੇ ਤਾਂ ਕਿ ਨਵਾਂ ਜੋ ਸਟਾਫ ਰੱਖਿਆ ਗਿਆ ਹੈ ਉਹ ਇਸ ਮੰਤਵ ਨਾਲ ਰੱਖਿਆ ਗਿਆ ਹੈ। ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਹੈ ਕਿ ਉਸ ਸਮੇਂ ਦੇ ਅੰਦਰ ਕਿ 1 ਸਾਲ ਦੇ ਵਿੱਚ ਸਪਾਊਸਲ ਐਪਲੀਕੇਸ਼ਨਸ ਨੇ ਜਿਹੜੀਆਂ ਉਹਨਾਂ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਜਾ ਸਕੇ। ਕੈਨੇਡਾ ਭਰ ਵਿੱਚ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਇਸ ਸੰਬੰਧੀ ਕੋਵਿਡ-19 ਦੇ ਦੌਰਾਨ ਹੀ ਕਾਫੀ ਜ਼ਿਆਦਾ ਪ੍ਰਦਰਸ਼ਨ ਵੀ ਹੋਏ ਤੇ ਇਸ ਉੱਤੇ ਆਵਾਜ਼ ਵੀ ਚੁੱਕੀ ਗਈ ਕਿ ਜੋ ਕਈਆਂ ਦੇ ਪਤੀ ਜਾਂ ਪਤਨੀ ਨੇ ਕਈ ਸਾਲ ਤੋਂ ਉਹ ਉਹਨਾਂ ਦੇ ਕੋਲ ਆ ਕੇ ਰਹਿ ਨਹੀਂ ਪਾ ਰਹੇ ਕਿਉਂਕਿ ਜੋ ਉਹਨਾਂ ਦੀ ਐਪਲੀਕੇਸ਼ਨ ਹੈ ਉਹ ਵਿੱਚ ਵਿਚਾਲੇ ਪਈ ਹੈ, ਪ੍ਰਕਿਰਿਆ ਲੰਬੀ ਹੋਈ ਪਈ ਹੈ, ਕਈਆਂ ਦੇ ਤਾਂ 2 ਤੋਂ 3 ਸਾਲ ਤੱਕ ਦਾ ਜੋ ਸਮਾਂ ਉਹ ਹੋ ਗਿਆ ਤੇ ਉਹਨਾਂ ਨੂੰ ਹਜੇ ਤੱਕ ਜਵਾਬ ਨਹੀਂ ਮਿਲ ਸਕਿਆ। ਇੱਥੇ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਜੇਕਰ ਤੁਹਾਡੀ ਐਪਲੀਕੇਸ਼ਨ ਦੇ ਬਾਰੇ ਤੁਹਾਨੂੰ ਕਾਫੀ ਜ਼ਿਆਦਾ ਲੰਮੇ ਚਿਰ ਤੱਕ ਪਤਾ ਨਹੀਂ ਲੱਗਦਾ ਕਿ ਉਸ ਦੇ ਉੱਤੇ ਅੱਗੇ ਪ੍ਰਕਿਰਿਆ ਦੇ ਵਿੱਚ ਕੀ ਬਣਿਆ ਤੇ ਕੀ ਕਿਤੇ ਉਹਦੇ ਵਿੱਚ ਕੋਈ ਸੇ ਡਾਕੂਮੈਂਟ ਦੀ ਜ਼ਰੂਰਤ ਤਾਂ ਨਹੀਂ ਹੈ ਤਾਂ ਤੁਸੀਂ ਆਪਣੇ ਫਾਈਲ ਨੰਬਰ ਦੇ ਨਾਲ ਜੋ ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਹੈ IRCC ਦੇ ਜੋ ਫੋਨ ਨੰਬਰ ਵੀ ਆਨਲਾਈਨ ਵੀ ਦਿੱਤੇ ਹੋਏ ਨੇ ਉਹਨਾਂ ਦੇ ਉੱਤੇ ਫੋਨ ਕਰਕੇ ਇਸ ਪ੍ਰਕਿਰਿਆ ਦੇ ਬਾਰੇ ਸਵਾਲ ਪੁੱਛ ਸਕਦੇ ਹੋ, ਕਿਉਂਕਿ ਜਦੋਂ ਫਾਈਲ ਲਗਾਈ ਜਾਂਦੀ ਹੈ ਤਾਂ ਇੱਕ ਸਰਵਿਸ ਤੁਹਾਡੇ ਵੱਲੋਂ ਲਈ ਜਾ ਰਹੀ ਹੈ ਤੇ ਉਸ ਸਰਵਿਸ ਦੇ ਲਈ ਤੁਸੀਂ ਫੀਸ ਵੀ ਭਰੀ ਹੈ ਤੇ ਉਸ ਸਰਵਿਸ ਦੇ ਵਿੱਚ ਜੇਕਰ ਕੋਈ ਦਿੱਕਤ ਆਉਂਦੀ ਹੈ ਜਾਂ ਫਿਰ ਕਈ ਵਾਰ ਇਹ ਹੁੰਦਾ ਹੈ ਕਿ ਕੋਈ ਈਮੇਲ ਅਜਿਹੀ ਆਈ ਹੋਈ ਹੁੰਦੀ ਹੈ ਜਾਂ ਕੋਈ ਡਾਕੂਮੈਂਟ ਉਹਨਾਂ ਵੱਲੋਂ ਮੰਗਿਆ ਗਿਆ ਹੁੰਦਾ ਹੈ, ਕਈ ਵਾਰ ਅਰਜ਼ੀ ਧਾਰਕਾਂ ਨੂੰ ਪਤਾ ਨਹੀਂ ਲੱਗਦਾ ਜਿਸ ਕਰਕੇ ਲੰਮੇ ਚਿਰ ਤੱਕ ਉਹਨਾਂ ਨੂੰ ਉਡੀਕ ਕਰਨੀ ਪੈਂਦੀ ਹੈ, ਜਿਸ ਕਰਕੇ ਜੇਕਰ ਫੋਨ ਕਰਕੇ
ਉਹਨਾਂ ਦੇ ਵੱਲੋਂ ਜਾਂ ਈਮੇਲ ਕਰਕੇ ਆਪਣੀ ਫਾਈਲ ਦੀ ਪ੍ਰਕਿਰਿਆ ਦੇ ਬਾਰੇ ਜਾਣਕਾਰੀ ਲੈ ਲਈ ਜਾਂਦੀ ਹੈ ਤਾਂ ਉਸ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ ਤੇ ਨਾਲ ਹੀ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਆਖਿਰ ਉਹਨਾਂ ਦੀ ਪ੍ਰਕਿਰਿਆ ਹੈ ਜੋ ਇੰਨੀ ਜ਼ਿਆਦਾ ਲੰਮੀ ਕਿਉਂ ਚੱਲ ਰਹੀ ਹੈ ਤੇ ਇਸ ਦੇ ਉੱਤੇ ਚੰਗੀ ਤਰ੍ਹਾਂ ਜਵਾਬ ਵੀ ਦਿੱਤਾ ਜਾਂਦਾ ਹੈ ਤੇ ਇਹ ਸਰਵਿਸ ਵੀ ਦਿੱਤੀ ਜਾਂਦੀ ਹੈ। ਇਸੇ ਕਰਕੇ ਜੋ ਕੈਨੇਡਾ ਸਰਕਾਰ ਦੀ ਵੈਬਸਾਈਟ ਹੈ, ਇਮੀਗ੍ਰੇਸ਼ਨ ਵਿਭਾਗ ਦੀ ਵੈਬਸਾਈਟ ਹੈ, ਉਸ ਦੇ ਉੱਤੇ फ़ोन नंबर भी दिते हुए ने कि तुसीं उसके उत्ते फ़ोन करके अपनी फाइल की प्रक्रिया के बारे जो सवाल पूछ सकते हो जेकर काफ़ी ज़्यादा लंबा चिर थानू हो गया है उस फाइल की प्रक्रिया नूं लैके तुसीं उड़ीक कर रहे हो। इस नाल ही जिवें कि अज इमीग्रेशन विभाग के वल्लों दस्सिया गया है कि इस प्रक्रिया नूं तेज़ करन दे वास्ते उन्हां वल्लों कदम चुके जा रहे हैं। इस दे उत्ते जेकर कोई होर जानकारी सामने आउंदी है तां असां दस्सांगे।